ਸਤਿ ਸ੍ਰੀ ਅਕਾਲ ਦੋਸਤੋ, ਅੱਜ ਆਪਾਂ ਕਹਾਣੀ ਪੜਾਂਗੇ ਆਪਣਿਆਂ ਦੀ ਹੀ ਨਫ਼ਰਤ ਦੇ ਬਾਵਜੂਦ ਕਿਸ ਤਰ੍ਹਾਂ ਇੱਕ ਲੜਕੀ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਈ। ਮੇਰਾ ਨਾਮ ਰਮਨ ਹੈ। ਮੈਂ ਆਪਣੇ ਪਰਿਵਾਰ ਵਿੱਚ ਇਕਲੌਤੀ ਲੜਕੀ ਸੀ। ਮੇਰੇ ਪਿਤਾ ਜੀ ਦੇ 4 ਭਰਾ ਸਨ। ਉਹਨਾਂ ਵਿੱਚੋਂ ਕਿਸੇ ਨੂੰ ਵੀ ਰੱਬ ਨੇ ਧੀ ਨਹੀਂ ਸੀ ਦਿੱਤੀ। ਇਸ ਹਿਸਾਬ ਨਾਲ ਮੈਨੂੰ ਆਪਣੇ ਪਰਿਵਾਰ ਦੀ ਲਾਡਲੀ ਧੀ ਹੋਣਾ ਚਾਹੀਦਾ ਸੀ, ਪਰ ਇੱਥੇ ਮਾਮਲਾ ਉਲਟ ਸੀ। ਮੇਰਾ ਖਾਨਦਾਨ ਧੀਆਂ ਨਾਲ ਨਫ਼ਰਤ ਕਰਦਾ ਸੀ, ਇਸ ਕਰਕੇ ਮੈਂ ਇੱਕ ਧੀ ਸੀ। ਮੇਰੀ ਭੂਆ ਨੇ ਮੇਰੇ ਦਾਦੇ ਦੇ ਦੁਸ਼ਮਣ ਦੇ ਪੁੱਤਰ ਨਾਲ ਵਿਆਹ ਕਰਵਾ ਲਿਆ, ਪਰ ਜਦੋਂ ਮੇਰੇ ਦਾਦੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਦੋਵਾਂ ਘਰਾਂ ਵਿੱਚ ਤੂਫਾਨ ਖੜਾ ਹੋ ਗਿਆ, ਜਿਸ ਵਿੱਚ ਮੇਰੇ ਦਾਦਾ ਜੀ ਅਤੇ ਇੱਕ ਚਾਚੇ ਦੀ ਜਾਨ ਚਲੀ ਗਈ। ਮੇਰੀ ਭੂਆ ਘਰ ਵਿੱਚ ਕੈਦ ਹੋ ਗਈ, ਪਰ ਭੂਆ ਨੇ ਵੀ ਖੁਦਕਸ਼ੀ ਕਰ ਲਈ। ਉਦੋਂ ਤੋਂ ਇਹ ਪਰਿਵਾਰ ਧੀਆਂ ਨਾਲ ਨਫ਼ਰਤ ਕਰਦਾ ਹੈ। ਪਤਾ ਨਹੀਂ ਧੀ ਮੇਰੇ ਚਾਚੇ ਦੇ ਘਰ ਆਈ ਜਾਂ ਨਹੀਂ, ਜਾਂ ਆਉਣ ਹੀ ਨਹੀਂ ਦਿੱਤੀ, ਪਰ ਮੈਂ ਇਸ ਦੁਨੀਆ ਵਿੱਚ ਆਈ। ਮੇਰੀ ਮਾਂ ਮੈਨੂੰ ਇਸ ਦੁਨੀਆ ਵਿੱਚ ਇਕੱਲਾ ਛੱਡ ਗਈ ਜਦੋਂ ਮੈਂ ਸਿਰਫ 10 ਸਾਲ ਦੀ ਸਾਂ। ਹੁਣ ਮੈਂ 18 ਸਾਲ ਦੀ ਹਾਂ। ਮੇਰਾ ਘਰ ਮੇਰੇ ਲਈ ਜੇਲ੍ਹ ਹੈ। ਇੱਥੇ ਕੋਈ ਮੈਨੂੰ ਪਿਆਰ ਨਹੀਂ ਕਰਦਾ, ਕਿਸੇ ਨੂੰ ਮੇਰੀ ਪਰਵਾਹ ਨਹੀਂ। ਮੈਨੂੰ ਪਰਵਾਹ ਨਹੀਂ ਕਿ ਮੈਨੂੰ ਪਰਿਵਾਰਕ ਵਿਆਹਾਂ ਵਿੱਚ ਵੀ ਨਹੀਂ ਲਿਜਾਇਆ ਜਾਂਦਾ। ਸਾਰਾ ਪਰਿਵਾਰ ਮੈਨੂੰ ਨਫ਼ਰਤ ਕਰਦਾ ਹੈ ਅਤੇ ਮੈਂ ਕਿਸੇ ਨੂੰ ਪਿਆਰ ਕਰਦੀ ਹਾਂ। ਉਸਦਾ ਨਾਮ ਰਵੀ ਹੈ। ਉਹ ਮੇਰਾ ਗੁਆਂਢੀ ਹੈ, ਪਰ ਮੈਨੂੰ ਪਤਾ ਹੈ ਕਿ ਉਹ ਮੇਰੇ ਨਾਲ ਕਦੇ ਵਿਆਹ ਨਹੀਂ ਕਰੇਗਾ। ਮਾਤਾ ਪਿਤਾ ਅਤੇ ਉਹ ਖੁਦ ਕਦੇ ਇਹ ਨਹੀਂ ਚਾਹੇਗਾ ਕਿ ਮੇਰਾ ਦਿਲ ਧੜਕਦਾ ਹੈ ਸਿਰਫ ਉਸਦੇ ਲਈ। ਇੱਕ ਦਿਨ ਮੇਰੀ ਸ਼ਾਮਤ ਆਈ ਜਦੋਂ ਮੈਂ ਆਪਣੇ ਛੋਟੇ ਚਾਚੇ ਨਾਲ ਟਕਰਾ ਗਈ। ਮੇਰੇ ਹੱਥ ਵਿੱਚ ਚਾਹ ਦਾ ਕੱਪ ਸੀ ਜੋ ਉਸਦੇ ਚਿੱਟੇ ਕੱਪੜਿਆਂ 'ਤੇ ਡਿੱਗਿਆ, ਪਰ ਸੋਨੇ 'ਤੇ ਸੁਹਾਗਾ ਇਹ ਹੋਇਆ ਕਿ ਜਦੋਂ ਉਹ ਮੈਨੂੰ ਝਿੜਕ ਰਿਹਾ ਸੀ, ਉਸੇ ਪਲ ਉਸ ਦਾ ਫੋਨ ਆਇਆ। ਇਹ ਕਾਲ ਉਹਨਾਂ ਦੇ ਦਫ਼ਤਰ ਤੋਂ ਆਈ। ਮੇਰੇ ਚਾਚਾ ਕਾਲ ਸੁਣ ਕੇ ਹੈਰਾਨ ਰਹਿ ਗਏ। ਸਾਡਾ ਕੀ ਨੁਕਸਾਨ ਹੋਇਆ? ਉਹ ਵੀ ਲੱਖਾਂ ਦਾ। ਮੇਰੇ ਚਾਚੇ ਨੇ ਫੋਨ ਬੰਦ ਕੀਤਾ ਤੇ ਉਸਨੇ ਮੇਰੇ ਵੱਲ ਦੇਖਿਆ ਜਿਵੇਂ ਨੁਕਸਾਨ ਮੇਰੇ ਕਾਰਨ ਹੋਇਆ ਹੋਵੇ। ਮੈਂ ਬਹੁਤ ਡਰ ਗਈ। ਮਨਹੂਸ ਲੜਕੀ ਕਹਿ ਕੇ ਉਹ ਉੱਥੋਂ ਚਲਾ ਗਿਆ ਅਤੇ ਮੈਂ ਉੱਥੇ ਖੜੀ ਰੋਣ ਲੱਗ ਪਈ। ਮੈਂ ਦੇਖਿਆ ਰਵੀ ਉੱਥੇ ਖੜਾ ਇਹ ਸਭ ਕੁਝ ਦੇਖ ਰਿਹਾ ਸੀ, ਪਰ ਜਿਵੇਂ ਹੀ ਮੈਂ ਉਸਦੇ ਵੱਲ ਮੁੜੀ ਤਾਂ ਉਹ ਵੀ ਬਿਨਾਂ ਕੁਝ ਕਹੇ ਚਲਾ ਗਿਆ। ਸੱਚ ਤਾਂ ਇਹ ਹੈ ਕਿ ਔਕਾਤ ਦੇਖ ਕੇ ਸੁਪਨੇ ਦੇਖਣੇ ਚਾਹੀਦੇ ਹਨ। ਕੁਝ ਦਿਨ ਹੋਏ, ਮੇਰੀ ਜ਼ਿੰਦਗੀ ਵਿੱਚ ਇੱਕ ਹੋਰ ਭੁਚਾਲ ਆ ਗਿਆ। ਮੇਰੇ ਪਿਤਾ ਜੀ ਨੇ ਮੇਰੇ ਲਈ ਇੱਕ ਰਿਸ਼ਤਾ ਦੇਖਿਆ ਸੀ। ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਦਿਨ ਰਾਤ ਪਰੇਸ਼ਾਨ ਰਹਿਣ ਲੱਗੀ। ਇੱਕ ਦਿਨ ਮੇਰੀ ਚਾਚੀ ਨੇ ਕਿਹਾ, ਤਿਆਰ ਹੋ ਜਾ, ਮੁੰਡੇ ਵਾਲੇ ਦੇਖਣ ਆ ਰਹੇ ਹਨ। ਮੈਂ ਉਹਨਾਂ ਦੇ ਸਾਹਮਣੇ ਕੁਝ ਨਹੀਂ ਬੋਲ ਸਕੀ। ਜਦੋਂ ਮੈਂ ਤਿਆਰ ਹੋ ਕੇ ਬਾਹਰ ਆਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਜਿਸ ਲੜਕੇ ਦਾ ਮੇਰੇ ਲਈ ਰਿਸ਼ਤਾ ਆਇਆ ਸੀ ਉਹ ਪਾਪਾ ਤੋਂ ਵੱਡਾ ਲੱਗ ਰਿਹਾ ਸੀ। ਪਾਪਾ ਉਸ ਨਾਲ ਗੱਲਾਂ ਕਰ ਰਹੇ ਸਨ ਜਿਵੇਂ ਰਿਸ਼ਤਾ ਪੱਕਾ ਹੋ ਗਿਆ ਹੋਵੇ। ਮੈਨੂੰ ਦੇਖਦੇ ਸਾਰ ਹੀ ਉਹਨਾਂ ਨੇ ਪਸੰਦ ਕਰ ਲਿਆ। ਜਦੋਂ ਮੈਂ ਆਪਣੇ ਕਮਰੇ ਵਿੱਚ ਵਾਪਸ ਆਈ ਤਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਸਾਰੀ ਰਾਤ ਰੋਂਦੀ ਰਹੀ ਅਤੇ ਸੋਚਦੀ ਰਹੀ ਕਿ ਜੇ ਹੁਣ ਮੈਂ ਹਿੰਮਤ ਨਹੀਂ ਕੀਤੀ ਤਾਂ ਕਦੋਂ ਕਰਾਂਗੀ। ਆਖਰਕਾਰ ਇਹ ਮੇਰੀ ਜ਼ਿੰਦਗੀ ਦਾ ਸਵਾਲ ਸੀ। ਅਗਲੇ ਦਿਨ ਛੁੱਟੀ ਸੀ। ਹਰ ਕੋਈ ਨਾਸ਼ਤੇ ਦੀ ਮੇਜ਼ 'ਤੇ ਮੌਜੂਦ ਸੀ। ਮੈਂ ਸਾਰਿਆਂ ਨੂੰ ਦੱਸਿਆ ਕਿ ਮੈਂ ਇੱਕ ਜ਼ਰੂਰੀ ਗੱਲ ਕਰਨੀ ਹੈ। ਪਤਾ ਨਹੀਂ ਮੇਰੇ ਵਿੱਚ ਇੰਨੀ ਹਿੰਮਤ ਕਿੱਥੋਂ ਆਈ। ਪਾਪਾ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਮੈਂ ਉੱਥੇ ਵਿਆਹ ਨਹੀਂ ਕਰਨਾ ਚਾਹੁੰਦੀ ਜਿੱਥੇ ਤੁਸੀਂ ਮੇਰਾ ਰਿਸ਼ਤਾ ਕਰਨਾ ਚਾਹੁੰਦੇ ਹੋ। ਮੇਰੇ ਇੰਨਾ ਕਹਿਣ 'ਤੇ ਸਾਰੇ ਮੇਰੇ ਵੱਲ ਦੇਖਣ ਲੱਗ ਗਏ। ਮੇਰੀ ਚਾਚੀ ਨੇ ਸ਼ਰਮ ਨਾਲ ਆਪਣੇ ਮੂੰਹ 'ਤੇ ਹੱਥ ਰੱਖ ਲਿਆ। ਸਾਰੇ ਆਪਸ ਵਿੱਚ ਗੱਲਾਂ ਕਰਨ ਲੱਗੇ। ਮੇਰੇ ਪਿਤਾ ਜੀ ਨੇ ਮੈਨੂੰ ਪੁੱਛਿਆ ਕਿ ਤੂੰ ਅਜਿਹਾ ਕਿਉਂ ਕਰਨਾ ਚਾਹੁੰਦੀ ਹੈ। ਮੈਂ ਕਿਹਾ, ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ। ਹਰ ਕੋਈ ਮੇਰੇ 'ਤੇ ਟੁੱਟ ਪਿਆ ਅਤੇ ਮੈਨੂੰ ਗਾਲਾਂ ਸੁਣਾਉਣ ਲੱਗੇ ਕਿ ਤੈਨੂੰ ਸ਼ਰਮ ਨਹੀਂ ਆਉਂਦੀ। ਸਾਰਿਆਂ ਸਾਹਮਣੇ ਅਜਿਹੀਆਂ ਗੱਲਾਂ ਕਰਦਿਆਂ ਮੈਂ ਇਹ ਵੀ ਕਿਹਾ ਕਿ ਆਪਣੀ ਇੱਛਾ ਅਨੁਸਾਰ ਆਪਣੇ ਪਤੀ ਨੂੰ ਪਸੰਦ ਕਰਨਾ ਮੇਰਾ ਅਧਿਕਾਰ ਹੈ ਅਤੇ ਮੈਨੂੰ ਇਹ ਹੱਕ ਮੰਗਣ ਵਿੱਚ ਕੋਈ ਸ਼ਰਮ ਨਹੀਂ ਹੈ। ਮੈਂ ਰਵੀ ਨਾਲ ਪਿਆਰ ਕਰਦੀ ਹਾਂ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਜਦੋਂ ਮੈਂ ਇਹ ਕਿਹਾ ਤਾਂ ਮੇਰੀ ਚਾਚੀ ਮੇਰੇ ਨੇੜੇ ਆਈ ਅਤੇ ਮੈਨੂੰ ਥੱਪੜ ਮਾਰਿਆ ਅਤੇ ਕਿਹਾ ਕਿ ਅੱਜ ਤੋਂ ਬਾਅਦ ਉਸ ਦਾ ਨਾਮ ਰਵੀ ਦਾ ਨਾਮ ਉਸਦੀ ਜ਼ੁਬਾਨ 'ਤੇ ਦੁਬਾਰਾ ਲਿਆ ਤਾਂ ਮੈਂ ਤੈਨੂੰ ਮਾਰ ਦੇਵਾਂਗੀ। ਜਦੋਂ ਮੈਂ ਆਪਣੇ ਪਿਤਾ ਵੱਲ ਦੇਖਿਆ ਤਾਂ ਉਹ ਵੀ ਉਹਨਾਂ ਲੋਕਾਂ ਦੇ ਹੀ ਪਾਸੇ ਜਾਪਿਆ
ਸਾਰਿਆਂ ਨੇ ਮੈਨੂੰ ਬਹੁਤ ਗੱਲਾਂ ਸੁਣਾਈਆਂ ਅਤੇ ਕਿਹਾ ਕਿ ਮੈਂ ਬਹੁਤ ਬੇਸ਼ਰਮ ਹਾਂ। ਸਾਰੇ ਕਹਿਣ ਲੱਗੇ ਕਿ ਇਸ ਕੁੜੀ ਦੀ ਹਿੰਮਤ ਦੇਖੋ, ਅੱਜ ਇਸ ਨੇ ਸਭ ਦੇ ਸਾਹਮਣੇ ਆਪਣੀ ਪਸੰਦ ਦਾ ਪ੍ਰਗਟਾਵਾ ਕੀਤਾ। ਪਤਾ ਨਹੀਂ ਕੱਲ੍ਹ ਨੂੰ ਕੀ ਕਰੇਗੀ। 1 ਹਫ਼ਤੇ ਦੇ ਅੰਦਰ ਇਸ ਦਾ ਵਿਆਹ ਕਰ ਦਿਓ ਅਤੇ ਇਸ ਨੂੰ ਇੱਥੋਂ ਦਫਾ ਕਰੋ। ਮੇਰੇ ਪਿਤਾ ਜੀ ਨੇ ਕਿਹਾ, ਇਹ ਹੋ ਜਾਵੇਗਾ। ਮੈਂ ਆਪਣੇ ਪਿਤਾ ਜੀ ਵੱਲ ਦੇਖਿਆ। ਉਸਨੇ ਵੀ ਮੇਰੇ ਤੋਂ ਅੱਖਾਂ ਚੁਰਾ ਲਈਆਂ। ਮੇਰਾ ਦਿਲ ਕੀਤਾ ਕਿ ਹੁਣ ਮੈਂ ਆਪਣੇ ਆਪ ਨੂੰ ਮਾਰ ਲਵਾਂ। ਮੈਂ ਸੋਚਿਆ ਕਿ ਸ਼ਾਇਦ ਮੇਰਾ ਪਿਤਾ ਮੇਰਾ ਸਾਥ ਦੇਵੇ, ਪਰ ਕਿਸੇ ਨੇ ਮੇਰਾ ਸਾਥ ਨਾ ਦਿੱਤਾ। 1 ਹਫ਼ਤੇ ਦੇ ਅੰਦਰ ਹੀ ਮੇਰੇ ਲਈ ਇੱਕ ਰਿਸ਼ਤਾ ਮਿਲ ਗਿਆ। ਅਫਸੋਸ ਦੀ ਗੱਲ ਇਹ ਸੀ ਕਿ ਰਵੀ ਨੇ ਮੇਰੇ ਲਈ ਉਹ ਰਿਸ਼ਤਾ ਦੇਖਿਆ ਸੀ ਜੋ ਲੋਕ ਪਹਿਲਾਂ ਸਾਡੇ ਘਰ ਆਏ ਸਨ। ਉਹਨਾਂ ਨੇ ਅਚਾਨਕ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮੇਰੇ ਪਿਤਾ ਜੀ ਨੂੰ ਰਵੀ ਵੱਲੋਂ ਲਿਆਂਦਾ ਰਿਸ਼ਤਾ ਠੀਕ ਲੱਗਿਆ। ਮੈਨੂੰ 1 ਹਫ਼ਤੇ ਤੱਕ ਕਮਰੇ ਵਿੱਚ ਬੰਦ ਰੱਖਿਆ ਗਿਆ। ਕਿਸੇ ਨੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ। ਮੇਰੇ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਮੈਨੂੰ ਖਾਣ ਨੂੰ ਵੀ ਕੁਝ ਨਹੀਂ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਅਸੀਂ ਤੈਨੂੰ ਇਸ ਘਰ ਤੋਂ ਦੂਰ ਭੇਜਣਾ ਚਾਹੁੰਦੇ ਹਾਂ, ਪਰ ਤੂੰ ਇਸ ਘਰ ਤੋਂ ਦੂਰ ਨਹੀਂ ਜਾਣਾ ਚਾਹੁੰਦੀ। ਰਵੀ ਨਾਲ ਵਿਆਹ ਕਰਵਾਉਣ ਦਾ ਖਿਆਲ ਮਨ ਵਿੱਚੋਂ ਕੱਢ ਦੇ। ਉਹ ਕਦੇ ਵੀ ਤੇਰਾ ਨਹੀਂ ਹੋਵੇਗਾ। ਉਸ ਦੇ ਮਾਪੇ ਤੈਨੂੰ ਨਹੀਂ ਬਣਾਉਣਗੇ। ਮੈਂ ਹੌਸਲਾ ਹਾਰ ਗਈ। ਮੇਰਾ ਹੌਸਲਾ ਟੁੱਟ ਗਿਆ। ਮੈਂ ਬਹੁਤ ਪਰੇਸ਼ਾਨ ਸੀ। ਮੈਨੂੰ ਤਿਆਰ ਕਰਕੇ ਆਪਣੇ ਲਾੜੇ ਨਾਲ ਬਿਠਾ ਦਿੱਤਾ ਗਿਆ ਅਤੇ ਵਿਆਹ ਦੀ ਰਸਮ ਸ਼ੁਰੂ ਹੋਈ ਤਾਂ ਮੇਰਾ ਲਾੜਾ, ਜਿਸ ਦਾ ਨਾਮ ਗਗਨ ਸੀ, ਅਚਾਨਕ ਖੜਾ ਹੋ ਗਿਆ ਅਤੇ ਉਸਨੇ ਕਿਹਾ ਕਿ ਮੇਰੀਆਂ ਵਿਆਹ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਹਨ। ਪਹਿਲਾਂ ਤੁਹਾਨੂੰ ਉਹ ਸ਼ਰਤਾਂ ਮੰਨਣੀਆਂ ਪੈਣਗੀਆਂ, ਫਿਰ ਹੀ ਮੈਂ ਇਸ ਲੜਕੀ ਨਾਲ ਵਿਆਹ ਕਰਾਂਗਾ। ਮੇਰੇ ਪਿਤਾ ਨੇ ਕਿਹਾ ਕਿ ਤੁਹਾਡੀਆਂ ਜੋ ਵੀ ਸ਼ਰਤਾਂ ਹਨ ਦੱਸ ਦਿਓ। ਮੇਰੇ ਹੋਣ ਵਾਲੇ ਪਤੀ ਨੇ ਕਿਹਾ ਕਿ ਇਹ ਸ਼ਰਤਾਂ ਉਹ ਮੇਰੇ ਪਿਤਾ ਜੀ ਨੂੰ ਹੀ ਦੱਸਣਗੇ ਅਤੇ ਗਗਨ ਇੱਕ ਪਾਸੇ ਚਲਾ ਗਿਆ। 1 ਘੰਟਾ ਆਪਸ ਵਿੱਚ ਗੱਲਾਂ ਕਰਦੇ ਰਹੇ। ਪਤਾ ਨਹੀਂ ਦੋਨਾਂ ਨੇ ਕੀ ਗੱਲਾਂ ਕੀਤੀਆਂ। ਵਾਪਸ ਆ ਗਏ ਅਤੇ ਉਸ ਤੋਂ ਬਾਅਦ ਗਗਨ ਨੇ ਮੇਰੇ ਨਾਲ ਵਿਆਹ ਕਰ ਲਿਆ। ਮੈਂ ਆਪਣਾ ਘਰ ਛੱਡ ਦਿੱਤਾ, ਪਰ ਮੈਂ ਇੱਕ ਪਲਾਨ ਬਣਾ ਲਿਆ ਸੀ। ਮੈਂ ਰਵੀ ਤੋਂ ਇਲਾਵਾ ਹੋਰ ਕਿਸੇ ਦੀ ਨਹੀਂ ਹੋ ਸਕਦੀ ਸੀ। ਮੇਰੇ ਕੋਲ ਜ਼ਹਿਰ ਦੀ ਬੋਤਲ ਸੀ ਜਿਸ ਨੂੰ ਮੈਂ ਖੁਦਕੁਸ਼ੀ ਕਰਨ ਲਈ ਪਹਿਲੀ ਰਾਤ ਹੀ ਪੀਣਾ ਸੀ। ਪਰ ਜਦੋਂ ਗਗਨ ਮੇਰੇ ਕਮਰੇ ਵਿੱਚ ਆਇਆ ਤਾਂ ਉਸਨੇ ਮੇਰੇ ਹੱਥ ਵਿੱਚ ਜ਼ਹਿਰ ਦੀ ਬੋਤਲ ਫੜੀ ਦੇਖੀ ਤਾਂ ਉਸਨੇ ਇੱਕ ਹੱਥ ਬੋਤਲ ਲੈ ਕੇ ਦੂਜਾ ਹੱਥ ਮੇਰੇ ਵੱਲ ਵਧਾਇਆ ਤਾਂ ਮੈਨੂੰ ਲੱਗਾ ਕਿ ਗਗਨ ਮੈਨੂੰ ਮਾਰੇਗਾ। ਉਹ ਗੁੱਸੇ ਹੋ ਜਾਵੇਗਾ, ਪਰ ਉਸ ਨੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਕਿਹਾ, ਤੁਸੀਂ ਅਜਿਹਾ ਕਿਉਂ ਕਰਨਾ ਚਾਹੁੰਦੇ ਹੋ? ਮੈਂ ਕਿਹਾ, ਤੁਹਾਨੂੰ ਇਹ ਜਾਣਨ ਦੀ ਲੋੜ ਨਹੀਂ। ਉਸਨੇ ਕਿਹਾ ਕਿ ਮੈਂ ਤੁਹਾਡੇ 'ਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਾਂਗਾ। ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ। ਉਸਨੇ ਕਿਹਾ, ਉਹ ਮੇਰੇ ਨਾਲ ਰਹਿਣਾ ਚਾਹੁੰਦੀ ਹੈ, ਮੈਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ। ਉਸਨੇ ਮੇਰੇ ਨਾਲ ਬਹੁਤ ਆਰਾਮ ਨਾਲ ਗੱਲ ਕੀਤੀ। ਉਸਨੇ ਮੈਨੂੰ ਸ਼ਾਂਤ ਕੀਤਾ। ਮੈਂ ਉਸਨੂੰ ਸਭ ਕੁਝ ਦੱਸ ਦਿੱਤਾ ਕਿ ਮੈਂ ਰਵੀ ਨੂੰ ਪਿਆਰ ਕਰਦੀ ਹਾਂ। ਇਸ ਗੱਲ ਵਿੱਚ ਮੇਰੀ ਕੀ ਗਲਤੀ ਹੈ? ਕੀ ਪਿਆਰ ਕਰਨਾ ਗੁਨਾਹ ਹੈ? ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਮੈਂ ਤੁਹਾਨੂੰ ਧੋਖਾ ਨਹੀਂ ਦਿੱਤਾ। ਜੇ ਮੈਂ ਤੁਹਾਨੂੰ ਦੱਸਦੀ ਹਾਂ ਤਾਂ ਇਹ ਧੋਖਾ ਹੁੰਦਾ। ਮੈਂ ਕਿਹਾ, ਮੈਂ ਤੁਹਾਡੇ ਨਾਲ ਪਤੀ ਪਤਨੀ ਦਾ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ। ਉਸਨੇ ਕਿਹਾ ਕਿ ਮੈਨੂੰ ਵੀ ਜ਼ਬਰਦਸਤੀ ਰਿਸ਼ਤਾ ਬਣਾਉਣ ਦਾ ਕੋਈ ਸ਼ੌਕ ਨਹੀਂ ਹੈ। ਉਹ ਮੇਰਾ ਖਿਆਲ ਰੱਖੇਗਾ ਅਤੇ ਉਸ ਨੂੰ ਮੇਰੇ ਬੀਤੇ ਹੋਏ ਕੱਲ੍ਹ ਦੀ ਵੀ ਕੋਈ ਚਿੰਤਾ ਨਹੀਂ ਸੀ। ਗਗਨ ਮੇਰੇ ਕਮਰੇ ਤੋਂ ਬਾਹਰ ਚਲਾ ਗਿਆ। ਗਗਨ ਨੇ ਮੈਨੂੰ ਦਿਲਾਸਾ ਦਿੱਤਾ ਅਤੇ ਮੈਨੂੰ ਭਰੋਸਾ ਦਿਵਾਇਆ ਕਿ ਮੈਂ ਉਸ ਦੇ ਨਾਲ ਸੁਰੱਖਿਅਤ ਹਾਂ। ਪਰ ਸਵੇਰੇ ਇੱਕ ਖਬਰ ਨੇ ਮੇਰਾ ਦਿਲ ਤੋੜ ਦਿੱਤਾ। ਜਦੋਂ ਮੇਰੀ ਸੱਸ ਨੇ ਮੈਨੂੰ ਦੱਸਿਆ ਕਿ ਗਗਨ ਲੰਡਨ ਲਈ ਰਵਾਨਾ ਹੋ ਗਿਆ ਹੈ ਤਾਂ ਮੈਂ ਹੈਰਾਨ ਰਹਿ ਗਈ ਕਿ ਵਿਆਹ ਦੀ ਅਗਲੀ ਸਵੇਰ ਹੀ ਇੱਕ ਲਾੜਾ ਕਿਵੇਂ ਲੰਡਨ ਲਈ ਰਵਾਨਾ ਹੋ ਸਕਦਾ ਹੈ, ਅਤੇ ਉਹ ਵੀ ਆਪਣੀ ਲਾੜੀ ਨੂੰ ਦੱਸੇ ਬਿਨਾਂ। ਉਹ ਕਹਿ ਰਿਹਾ ਸੀ ਕਿ ਉਹ ਮੇਰੇ ਨਾਲ ਹੋਵੇਗਾ ਅਤੇ ਹਰ ਚੰਗੇ ਮਾੜੇ ਦਿਨਾਂ ਵਿੱਚ ਮੇਰਾ ਸਾਥ ਦੇਵੇਗਾ, ਪਰ ਸਵੇਰੇ ਉੱਠਦੇ ਹੀ ਉਹ ਮੈਨੂੰ ਛੱਡ ਕੇ ਚਲਾ ਗਿਆ। ਮੇਰਾ ਸਿਰ ਘੁੰਮ ਰਿਹਾ ਸੀ। ਮੈਂ ਗੁੱਸੇ ਵਿੱਚ ਆ ਕੇ ਆਪਣੀ ਸੱਸ ਨੂੰ ਕਿਹਾ ਕਿ ਤੁਹਾਡਾ ਪੁੱਤਰ ਅਜਿਹਾ ਕਿਵੇਂ ਕਰ ਸਕਦਾ ਹੈ? ਘੱਟੋ ਘੱਟ ਮਿਲ ਕੇ ਤਾਂ ਜਾਂਦਾ। ਉਹ ਮੈਨੂੰ ਬਿਨਾਂ ਮਿਲੇ ਕਿਵੇਂ ਚਲਾ ਗਿਆ? ਤਾਂ ਮੇਰੀ ਸੱਸ ਨੇ ਕਿਹਾ ਕਿ ਉਸਨੇ ਵਿਆਹ ਤੋਂ ਪਹਿਲਾਂ ਤੇਰੇ ਪਿਤਾ ਅੱਗੇ 3 ਸ਼ਰਤਾਂ ਰੱਖੀਆਂ ਸਨ, ਜਿਨ੍ਹਾਂ ਵਿੱਚੋਂ ਪਹਿਲੀ ਸ਼ਰਤ ਇਹ ਸੀ ਕਿ ਉਹ ਵਿਆਹ ਤੋਂ ਅਗਲੇ ਦਿਨ ਹੀ ਆਪਣੀ ਨੌਕਰੀ 'ਤੇ ਚਲਾ ਜਾਵੇਗਾ। ਤੇਰੇ ਬਾਪੂ ਨੇ ਤੈਨੂੰ ਦੱਸਿਆ ਨਹੀਂ? ਉਸ ਤੋਂ ਬਾਅਦ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਮੈਂ ਕਿਹਾ ਕਿ ਮੇਰੇ ਪਿਤਾ ਜੀ ਨੇ ਮੈਨੂੰ ਸੱਚਮੁੱਚ ਕੁਝ ਨਹੀਂ ਦੱਸਿਆ।
ਮੈਂ ਉਸ ਨੂੰ ਪੁੱਛਿਆ, ਬਾਕੀ 2 ਸ਼ਰਤਾਂ ਕੀ ਹਨ? ਤਾਂ ਉਸਨੇ ਕਿਹਾ, ਆਪਣੇ ਪਿਤਾ ਨੂੰ ਹੀ ਪੁੱਛੋ। ਅਗਲੇ ਹੀ ਦਿਨ ਉਹ ਆਪਣੇ ਘਰ ਚਲੀ ਗਈ। ਬਾਪੂ ਨੂੰ ਦੱਸਿਆ, ਪਰ ਮੇਰਾ ਪਤੀ ਮੈਨੂੰ ਦੱਸੇ ਬਿਨਾਂ ਲੰਡਨ ਚਲਾ ਗਿਆ। ਪਿਤਾ ਨੇ ਕਿਹਾ ਕਿ ਇਹ ਕਿਹੜੀ ਨਵੀਂ ਗੱਲ ਹੈ, ਦੂਜੀਆਂ ਔਰਤਾਂ ਦੇ ਪਤੀ ਵੀ ਨੌਕਰੀ ਲਈ ਦੇਸ਼ ਤੋਂ ਬਾਹਰ ਜਾਂਦੇ ਹਨ। ਮੈਂ ਹੈਰਾਨ ਹੋ ਕੇ ਆਪਣੇ ਪਾਪਾ ਵੱਲ ਦੇਖਣ ਲੱਗੀ। ਉਸਨੇ ਕਿਹਾ, ਤੂੰ ਆਪਣਾ ਘਰ ਸੰਭਾਲ ਤੇ ਆਪਣੀ ਸੱਸ ਦੀ ਸੇਵਾ ਕਰ, ਫਿਰ ਅੱਜ ਤੋਂ ਬਾਅਦ ਸਾਡੇ ਘਰ ਵਾਪਸ ਨਾ ਆਈ। ਹੁਣ ਮੈਂ ਇਹਨਾਂ ਸਭ ਤੋਂ ਦੂਰ ਹੋ ਗਈ ਹਾਂ। ਹੁਣ ਉਹ ਮੇਰਾ ਸਾਥ ਨਹੀਂ ਦੇਣਗੇ। ਪਰ ਫਿਰ ਵੀ ਸਾਰੇ ਪਰਿਵਾਰ ਵਾਲਿਆਂ ਦਾ ਰਵੱਈਆ ਮੇਰੇ ਨਾਲ ਉਹੀ ਸੀ। ਜਦੋਂ ਮੈਂ ਰੋਂਦੀ ਹੋਈ ਬਾਹਰ ਆਈ ਤਾਂ ਘਰੋਂ ਨਿਕਲਦੇ ਸਮੇਂ ਮੈਂ ਰਵੀ ਨਾਲ ਟਕਰਾਈ। ਉਸ ਨੂੰ ਦੇਖ ਕੇ ਮੇਰੇ ਹੰਝੂ ਨਿਕਲ ਗਏ, ਪਰ ਮੈਂ ਉਸ ਨਾਲ ਕੋਈ ਗੱਲ ਵੀ ਨਹੀਂ ਕੀਤੀ, ਪਰ ਸ਼ਿਕਾਇਤ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ। ਮੇਰੇ ਵਿੱਚ ਕੋਈ ਕਮੀ ਨਹੀਂ ਸੀ। ਮੈਂ ਉਸ ਤੋਂ ਵੱਧ ਸੋਹਣੀ ਸੀ। ਜੇ ਉਹ ਮੈਨੂੰ ਅਪਣਾ ਲੈਂਦਾ, ਜ਼ਿੰਦਗੀ ਇਸ ਤਰ੍ਹਾਂ ਨਾ ਹੁੰਦੀ। ਉਹ ਜਾਣਦੀ ਸੀ ਕਿ ਮੈਨੂੰ ਉਹਨਾਂ ਗੁਨਾਹਾਂ ਦੀ ਸਜ਼ਾ ਮਿਲੇਗੀ ਜੋ ਮੈਂ ਨਹੀਂ ਕੀਤੇ। ਜੇ ਉਹ ਚਾਹੁੰਦਾ ਤਾਂ ਮੈਨੂੰ ਬਚਾ ਸਕਦਾ ਸੀ, ਪਰ ਉਹ ਵੀ ਜ਼ਾਲਮ ਬਣ ਗਿਆ ਸੀ। ਮੈਂ ਆਪਣੀ ਸੱਸ ਤੋਂ ਗਗਨ ਦਾ ਨੰਬਰ ਮੰਗਿਆ ਤਾਂ ਕਿ ਉਸ ਨੂੰ ਪੁੱਛਾਂ ਉਸਨੇ ਅਜਿਹਾ ਕਿਉਂ ਕੀਤਾ। ਮੇਰੀ ਸੱਸ ਪਹਿਲਾਂ ਤਾਂ ਮੈਨੂੰ ਨੰਬਰ ਦੇਣ ਲਈ ਤਿਆਰ ਨਹੀਂ ਸੀ, ਪਰ ਫਿਰ ਉਸਨੇ ਨੰਬਰ ਦੇ ਦਿੱਤਾ। ਇਹ ਨੰਬਰ ਬੰਦ ਸੀ। ਮੈਂ ਉਸ ਨੰਬਰ 'ਤੇ WhatsApp 'ਤੇ ਮੈਸੇਜ ਕੀਤਾ। ਉੱਥੇ ਵੀ ਗਗਨ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਮੇਰੇ ਮੈਸੇਜ ਦੇਖ ਰਿਹਾ ਸੀ, ਪਰ ਉਹਨਾਂ ਦਾ ਜਵਾਬ ਨਹੀਂ ਦੇ ਰਿਹਾ ਸੀ। ਮੇਰੀ ਜ਼ਿੰਦਗੀ ਉਸੇ ਦਿਨ ਬਰਬਾਦ ਹੋ ਗਈ ਜਦੋਂ ਮੇਰਾ ਵਿਆਹ ਰਵੀ ਤੋਂ ਇਲਾਵਾ ਕਿਸੇ ਹੋਰ ਨਾਲ ਹੋਇਆ ਸੀ। ਪਰ ਹੁਣ ਮੇਰੇ ਨਾਲ ਇਹ ਜ਼ੁਲਮ ਹੋਇਆ ਕਿ ਮੇਰੇ ਪਤੀ ਨੇ ਮੈਨੂੰ ਪਹਿਲੇ ਦਿਨ ਹੀ ਛੱਡ ਦਿੱਤਾ ਅਤੇ ਹੁਣ ਉਹ ਮੇਰੀ ਗੱਲ ਵੀ ਨਹੀਂ ਸੁਣ ਰਿਹਾ ਸੀ। ਪਰ ਮੈਂ ਕਿਸੇ ਤਰ੍ਹਾਂ ਸਥਿਤੀ ਨੂੰ ਸਵੀਕਾਰ ਕਰ ਲਿਆ, ਕਿਉਂਕਿ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੇਰੀ ਸੱਸ ਨੇ ਕਿਹਾ ਕਿ ਉਹ ਜਲਦੀ ਹੀ ਮੇਰੇ ਕੋਲ ਵਾਪਸ ਆਵੇਗਾ, ਪਰ ਮੇਰੇ ਕੋਲ ਰਹਿਣ ਦਾ ਕੋਈ ਕਾਰਨ ਨਹੀਂ ਸੀ, ਕੋਈ ਰਸਤਾ ਨਹੀਂ ਸੀ। ਫਿਰ ਇਸ ਘਰ ਵਿੱਚ ਕੁਝ ਅਜੀਬ ਗੱਲਾਂ ਹੋਣ ਲੱਗ ਪਈਆਂ। ਜਦੋਂ ਮੈਂ ਇੱਕ ਦਿਨ ਰਾਤ ਨੂੰ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਮੇਰੀ ਸੱਸ ਮੇਰਾ ਹੱਥ ਫੜੀ ਬੈਠੀ ਸੀ। ਉਸ ਨੂੰ ਉੱਥੇ ਦੇਖ ਕੇ ਮੈਂ ਹੈਰਾਨ ਰਹਿ ਗਈ। ਮੇਰੇ ਪੁੱਛਣ 'ਤੇ ਉਸਨੇ ਕਿਹਾ ਕਿ ਉਹ ਦੇਖਣ ਆਈ ਹੈ ਕਿ ਉਹ ਸੌਂ ਗਈ ਹੈ ਕਿ ਨਹੀਂ। ਮੈਨੂੰ ਇੰਨੀ ਚਿੰਤਾ ਸੀ ਕਿ ਉਹ ਕਦੇ ਵੀ ਆਪਣੀ ਨੀਂਦ ਵਿੱਚ ਵਿਘਨ ਨਹੀਂ ਪਾਵੇਗੀ ਅਤੇ ਇਸ ਤਰ੍ਹਾਂ ਮੈਨੂੰ ਪੁੱਛਣ ਲਈ ਆਵੇਗੀ ਕਿ ਮੈਂ ਸੌਂ ਰਹੀ ਹਾਂ ਜਾਂ ਨਹੀਂ। ਪਹਿਲੇ ਦਿਨ ਉਸਨੇ ਬਹਾਨਾ ਬਣਾਇਆ ਕਿ ਉਹ ਮੈਨੂੰ ਚੈੱਕ ਕਰਨ ਆਈ ਹੈ, ਪਰ ਹੁਣ ਇਹ ਹਰ ਰੋਜ਼ ਹੋ ਰਿਹਾ ਸੀ। ਜਦੋਂ ਮੈਂ ਗੂੜ੍ਹੀ ਨੀਂਦ ਸੌਂ ਜਾਂਦੀ, ਮੇਰੀ ਸੱਸ ਮੇਰੇ ਕੋਲ ਆ ਕੇ ਬੈਠ ਜਾਂਦੀ ਸੀ। ਮੈਂ ਉਸਦੀ ਇਸ ਹਰਕਤ ਤੋਂ ਬਹੁਤ ਡਰ ਗਈ ਸੀ। ਇਸ ਤੋਂ ਇਲਾਵਾ ਮੈਂ ਇਸ ਘਰ ਵਿੱਚ ਇਕੱਲੀ ਸੀ। ਉਹ ਹਰ ਰਾਤ ਮੇਰੇ ਕੋਲ ਬੈਠਦੀ ਅਤੇ ਜਦੋਂ ਮੈਂ ਨੀਂਦ ਤੋਂ ਜਾਗਦੀ, ਉਹ ਕੋਈ ਨਾ ਕੋਈ ਬਹਾਨਾ ਬਣਾ ਲੈਂਦੀ। ਇੱਕ ਦਿਨ ਮੈਂ ਤੰਗ ਆ ਕੇ ਆਪਣੀ ਸੱਸ ਨੂੰ ਪੁੱਛਿਆ ਕਿ ਤੁਸੀਂ ਰਾਤ ਨੂੰ ਮੇਰੇ ਕੋਲ ਆ ਕੇ ਕਿਉਂ ਬੈਠਦੇ ਹੋ। ਉਸ ਦੇ ਮੂੰਹੋਂ ਇੱਕ ਗੱਲ ਨਿਕਲੀ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਮੈਨੂੰ ਇਹ ਕਰਨ ਲਈ ਕਿਸਨੇ ਕਿਹਾ ਹੈ। ਮੈਂ ਉਸ ਨੂੰ ਪੁੱਛਿਆ ਕਿ ਉਸ ਨੂੰ ਕਿਸਨੇ ਕਿਹਾ ਹੈ ਕਿ ਉਹ ਘਬਰਾ ਗਈ ਅਤੇ ਉੱਥੋਂ ਚਲੀ ਗਈ। ਮੈਂ ਉਸ ਨੂੰ ਬਾਰ-ਬਾਰ ਪੁੱਛਿਆ, ਪਰ ਉਸਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਹੁਣ ਮੇਰਾ ਮੱਥਾ ਠਣਕਿਆ ਕਿ ਆਖਰ ਉਸਨੂੰ ਕਿਸਨੇ ਕਿਹਾ ਹੈ ਕਿ ਉਹ ਰੋਜ਼ ਰਾਤ ਨੂੰ ਮੇਰੇ ਕੋਲ ਆ ਕੇ ਬੈਠੇ। ਮੇਰੇ ਨਾਲ ਕੀ ਹੋ ਰਿਹਾ ਸੀ? ਮੈਂ ਆਪਣੇ ਪਿਤਾ ਦੇ ਘਰ ਜਾ ਕੇ ਪੁੱਛਿਆ ਕਿ ਗਗਨ ਨੇ ਵਿਆਹ ਤੋਂ ਪਹਿਲਾਂ 3 ਸ਼ਰਤਾਂ ਰੱਖੀਆਂ ਸਨ, ਬਾਕੀ 2 ਸ਼ਰਤਾਂ ਕੀ ਸਨ? ਮੇਰੇ ਪਿਤਾ ਨੇ ਮੈਨੂੰ ਦੱਸਣ ਤੋਂ ਇਨਕਾਰ ਕਰ ਦਿੱਤਾ। ਅੱਜ ਮੈਂ ਹੈਰਾਨ ਰਹਿ ਗਈ। ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ। ਮੈਂ ਕਿਹਾ, ਪਿਤਾ ਜੀ, ਤੁਸੀਂ ਮੇਰੀ ਮਾਂ ਨੂੰ ਵੀ ਰੱਬ ਕੋਲ ਜਾ ਕੇ ਮਿਲੋਗੇ। ਹੁਣ ਤੋਂ ਸੋਚਣਾ ਸ਼ੁਰੂ ਕਰ ਦਿਓ ਕਿ ਉਸ ਦਿਨ ਉਸ ਦੇ ਸਵਾਲ ਦਾ ਤੁਹਾਡੇ ਕੋਲ ਕੀ ਜਵਾਬ ਹੋਵੇਗਾ ਜਦੋਂ ਉਹ ਪੁੱਛੇਗੀ ਕਿ ਤੁਸੀਂ ਮੇਰੀ ਧੀ ਦਾ ਧਿਆਨ ਰੱਖਿਆ ਜਾਂ ਨਹੀਂ। ਰੋਂਦੇ ਹੋਏ ਮੈਂ ਵਾਪਸ ਆ ਗਈ। ਮੇਰੇ ਪਿਤਾ ਜੀ ਉੱਥੋਂ ਚਲੇ ਗਏ। ਮੈਂ ਕੁਝ ਨਹੀਂ ਕਿਹਾ। ਮੈਂ ਸਹੁੰ ਖਾਧੀ ਸੀ ਕਿ ਮੈਂ ਮਰਦੀ ਮਰ ਜਾਵਾਂਗੀ, ਪਰ ਮੈਂ ਇਸ ਘਰ ਵਾਪਸ ਨਹੀਂ ਆਵਾਂਗੀ। ਇਸ ਤਰ੍ਹਾਂ 3 ਮਹੀਨੇ ਬੀਤ ਗਏ। ਮੈਨੂੰ ਖਬਰ ਮਿਲੀ ਕਿ ਮੇਰੇ ਘਰ ਵਿੱਚ ਕੋਈ ਝਗੜਾ ਚੱਲ ਰਿਹਾ ਹੈ, ਪਰ ਮੇਰਾ ਉਸ ਨਾਲ ਕੋਈ ਲੈਣ ਦੇਣ ਨਹੀਂ ਸੀ। ਜਦੋਂ ਮੈਂ ਉੱਥੇ ਜਾਂਦੀ ਸੀ ਤਾਂ ਮੇਰੇ ਨਾਲ ਗੈਰਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਮੈਂ ਉੱਥੇ ਜਾਣਾ ਬੰਦ ਕਰ ਦਿੱਤਾ ਸੀ ਅਤੇ ਉੱਥੇ ਦੀਆਂ ਖਬਰਾਂ ਰੱਖਣੀਆਂ ਵੀ ਬੰਦ ਕਰ ਦਿੱਤੀਆਂ ਸਨ। ਮੈਨੂੰ ਆਪਣੀ ਜ਼ਿੰਦਗੀ ਤੋਂ ਨਫ਼ਰਤ ਹੋਣ ਲੱਗੀ। ਮੈਂ ਖੁਦਕੁਸ਼ੀ ਕਰਨੀ ਚਾਹੁੰਦੀ ਸਾਂ, ਪਰ ਮੇਰੀ ਸੱਸ ਹਰ ਸਮੇਂ ਮੇਰੇ ਨਾਲ ਰਹਿੰਦੀ
ਸੀ। ਇੱਕ ਦਿਨ ਮੈਨੂੰ ਗਗਨ ਦੇ ਪਾਸੋਂ ਤਲਾਕ ਦੇ ਕਾਗਜ਼ ਮਿਲੇ ਤਾਂ ਮੈਂ ਹੈਰਾਨ ਰਹਿ ਗਈ ਕਿ ਇਸ ਵਿਅਕਤੀ ਨੇ ਮੇਰੇ ਨਾਲ ਕੀ ਕੀਤਾ। ਮੇਰੇ ਨਾਲ ਇੱਕ ਦਿਨ ਵੀ ਨਹੀਂ ਬਿਤਾਇਆ। ਮੇਰੇ ਨਾਲ ਰਹਿਣ ਦਾ ਵਾਅਦਾ ਕਰਕੇ ਮੈਨੂੰ ਇਕੱਲਾ ਛੱਡ ਦਿੱਤਾ। ਹੁਣ ਪਰਦੇਸ ਵਿੱਚ ਬੈਠਾ ਉਸਨੇ ਮੈਨੂੰ ਤਲਾਕ ਦੇ ਦਿੱਤਾ। ਮੈਂ ਕੀ ਗਲਤੀ ਕੀਤੀ? ਮੈਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਸੀ? ਮੈਂ ਬਹੁਤ ਪਰੇਸ਼ਾਨ ਸੀ। ਹੁਣ ਮੇਰੇ ਵਿੱਚ ਜਵਾਬ ਦੇਣ ਦੀ ਹਿੰਮਤ ਨਹੀਂ ਸੀ। ਮੈਂ ਘਰ ਦੀ ਛੱਤ ਵੱਲ ਵਧੀ। ਮੇਰੀ ਸੱਸ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਆਪਣਾ ਹੱਥ ਛੁਡਾ ਲਿਆ। ਮੈਂ ਛੱਤ ਤੋਂ ਛਾਲ ਮਾਰਨ ਵਾਲੀ ਸੀ। ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੈਨੂੰ ਰਵੀ ਨੇ ਪਕੜ ਲਿਆ ਤੇ ਕਿਹਾ, ਤੁਸੀਂ ਮਰਨਾ ਚਾਹੁੰਦੇ ਹੋ? ਜਦੋਂ ਰਵੀ ਨੇ ਇਹ ਕਿਹਾ ਤਾਂ ਮੈਂ ਹੈਰਾਨ ਰਹਿ ਗਈ। ਉਹ ਮੈਨੂੰ ਕਾਰ ਵਿੱਚ ਬਿਠਾ ਕੇ ਸੁੰਨਸਾਨ ਥਾਂ 'ਤੇ ਲੈ ਗਿਆ। ਜਿਸ ਜਗ੍ਹਾ 'ਤੇ ਲਿਆਇਆ ਇਹ ਇੱਕ ਪਾਰਕ ਸੀ। ਉੱਥੇ ਅਸੀਂ ਆਮੋ ਸਾਹਮਣੇ ਬੈਠੇ ਸੀ। ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਸਨ। ਰਵੀ ਨੇ ਮੈਨੂੰ ਦੱਸਿਆ ਕਿ ਮੈਂ ਇਸ ਦੁਨੀਆ ਦੀ ਸਭ ਤੋਂ ਮੂਰਖ ਤੇ ਬੇਵਕੂਫ ਕੁੜੀ ਹਾਂ। ਜਿਸ ਤਰ੍ਹਾਂ ਤੁਸੀਂ ਮੈਨੂੰ ਪਸੰਦ ਕੀਤਾ ਸੀ, ਮੈਂ ਵੀ ਤੁਹਾਨੂੰ ਪਸੰਦ ਕਰਦਾ ਸੀ। ਤੇਰੇ ਨਾਲ ਵਿਆਹ ਕਰਨਾ ਪਰ ਮੈਨੂੰ ਪਤਾ ਸੀ ਕਿ ਇੰਨਾ ਸੌਖਾ ਨਹੀਂ। ਮੇਰੇ ਮਾਂ-ਬਾਪ ਤੈਨੂੰ ਨਫ਼ਰਤ ਕਰਦੇ ਨੇ। ਇਸ ਲਈ ਮੈਂ ਦਿਲ ਵਿੱਚ ਸੋਚਦਾ ਰਿਹਾ ਕਿ ਜੇ ਮੈਂ ਆਪ ਕੁਝ ਬਣ ਗਿਆ ਤਾਂ ਤੇਰੇ ਨਾਲ ਵਿਆਹ ਕਰ ਲਵਾਂਗਾ। ਪਰ ਤੁਸੀਂ ਕਾਹਲੀ ਵਿੱਚ ਆ ਕੇ ਸਭ ਕੁਝ ਵਿਗਾੜ ਦਿੱਤਾ। ਗਗਨ ਨਾਮ ਦਾ ਲੜਕਾ ਜਿਸ ਨੇ ਤੁਹਾਡੇ ਨਾਲ ਵਿਆਹ ਕੀਤਾ ਸੀ, ਉਹ ਮੇਰਾ ਬਚਪਨ ਦਾ ਸਭ ਤੋਂ ਵਧੀਆ ਦੋਸਤ ਹੈ। ਮੈਂ ਉਸਨੂੰ ਕਿਹਾ ਸੀ ਕਿ ਉਹ ਤੇਰੇ ਨਾਲ ਵਿਆਹ ਕਰਵਾ ਕੇ ਤੈਨੂੰ ਉਸ ਘਰੋਂ ਲੈ ਜਾਵੇ, ਨਹੀਂ ਤਾਂ ਤੇਰੇ ਪਰਿਵਾਰ ਵਾਲੇ ਤੈਨੂੰ ਕਿਸੇ ਹੋਰ ਨਾਲ ਭੇਜ ਦੇਣਗੇ ਅਤੇ ਮੈਂ ਕੁਝ ਨਹੀਂ ਕਰ ਸਕਾਂਗਾ। ਗਗਨ ਨੇ ਤੈਨੂੰ ਛੂਹਿਆ ਵੀ ਨਹੀਂ। ਉਹ ਲੰਡਨ ਨਹੀਂ ਗਿਆ, ਪਰ ਇਸ ਸ਼ਹਿਰ ਵਿੱਚ ਕਿਤੇ ਰਹਿ ਰਿਹਾ ਹੈ। ਮੈਂ ਉਸਦੀ ਮਾਂ ਨੂੰ ਕਿਹਾ ਕਿ ਉਹ ਤੁਹਾਡੀ ਦੇਖਭਾਲ ਕਰੇ। ਉਸਨੇ ਕਿਹਾ ਕਿ ਉਹ ਸਾਰੀ ਰਾਤ ਤੁਹਾਡੇ ਕੋਲ ਬੈਠਦੀ ਸੀ ਤਾਂ ਜੋ ਤੁਸੀਂ ਪਰੇਸ਼ਾਨ ਨਾ ਹੋਵੋ ਅਤੇ ਕੋਈ ਗਲਤ ਕਦਮ ਨਾ ਚੁੱਕੋ, ਕਿਉਂਕਿ ਮੈਨੂੰ ਪਤਾ ਹੈ ਕਿ ਤੂੰ ਬਹੁਤ ਭਾਵੁਕ ਅਤੇ ਪਾਗਲ ਕੁੜੀ ਹੈ। ਮੈਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ, ਜਿਸ ਲਈ ਮੈਨੂੰ ਕੁਝ ਸਮਾਂ ਚਾਹੀਦਾ ਸੀ, ਪਰ ਹੁਣ ਮੈਂ ਆਪਣਾ ਕਾਰੋਬਾਰ ਵਿੱਚ ਸਫਲ ਹੋ ਗਿਆ ਹਾਂ। ਮੈਂ ਇੱਕ ਛੋਟਾ ਜਿਹਾ ਘਰ ਬਣਾਇਆ ਹੈ। ਅੱਜ ਮੈਂ ਤੁਹਾਨੂੰ ਲੈਣ ਆਇਆ ਹਾਂ। ਆਪਾਂ ਜਲਦੀ ਹੀ ਵਿਆਹ ਕਰਵਾ ਲਈਏ ਅਤੇ ਹਮੇਸ਼ਾ ਲਈ ਇਕੱਠੇ ਰਹੀਏ। ਮੈਂ ਤੁਹਾਡੇ ਲਈ ਇਹ ਸਭ ਕਰਨਾ ਚਾਹੁੰਦਾ ਸੀ, ਪਰ ਇਹ ਸਭ ਹੋਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਸੀ ਤਾਂ ਜੋ ਤੁਸੀਂ ਉਮੀਦ ਨਾ ਛੱਡੋ। ਅਤੇ ਹਾਂ, ਜੋ ਵੀ ਤੁਹਾਡੇ ਨਾਲ ਹੋਇਆ ਉਸਨੂੰ ਭੁੱਲ ਜਾਓ। ਇੱਕ ਮਾੜਾ ਸੁਪਨਾ ਸਮਝ ਕੇ ਮੇਰੇ ਨਾਲ ਨਵੀਂ ਜ਼ਿੰਦਗੀ ਜਿਓ। ਮੈਂ ਹੈਰਾਨ ਹੋ ਕੇ ਰਵੀ ਵੱਲ ਦੇਖਦੀ ਰਹੀ। ਜਿਵੇਂ ਰਵੀ ਨੇ ਕਿਹਾ, ਮੈਂ ਉਸੇ ਤਰ੍ਹਾਂ ਹੀ ਕੀਤਾ। ਉਸਨੇ ਮੇਰੇ ਨਾਲ ਵਿਆਹ ਕੀਤਾ ਅਤੇ ਮੈਨੂੰ ਬਹੁਤ ਪਿਆਰੇ ਅਤੇ ਸੋਹਣੇ ਜਿਹੇ ਘਰ ਵਿੱਚ ਲੈ ਆਇਆ। ਉਸਨੇ ਕਿਹਾ ਕਿ ਹੁਣ ਤੁਸੀਂ ਘਰ ਨੂੰ ਸਜਾਉਣਾ ਹੈ। ਕੁਝ ਸਾਲ ਬਾਅਦ ਰਵੀ ਦੇ ਮਾਤਾ-ਪਿਤਾ ਨੇ ਵੀ ਉਸ ਨੂੰ ਮਾਫ਼ ਕਰ ਦਿੱਤਾ, ਪਰ ਰਵੀ ਉਹਨਾਂ ਨੂੰ ਆਪ ਹੀ ਮਿਲਦਾ ਸੀ। ਮੈਨੂੰ ਕਦੇ ਉਹਨਾਂ ਕੋਲ ਨਹੀਂ ਲੈ ਕੇ ਜਾਂਦਾ ਸੀ। ਕਹਿੰਦਾ ਸੀ ਕਿ ਉਹ ਨਹੀਂ ਚਾਹੁੰਦਾ ਕਿ ਮੇਰੇ ਮਾਤਾ-ਪਿਤਾ ਤੁਹਾਡੇ ਨਾਲ ਇਸ ਤਰ੍ਹਾਂ ਦੀ ਗੱਲ ਕਰਨ ਕਿ ਤੁਸੀਂ ਉਦਾਸ ਹੋਵੋ। ਮੈਂ ਰਵੀ ਦੇ ਨਾਲ ਖੁਸ਼ਹਾਲ ਰਹਿ ਰਹੀ ਹਾਂ। ਮੈਂ ਸਾਰੀ ਉਮਰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਨਫ਼ਰਤ ਦਾ ਕਾਰਨ ਨਹੀਂ ਸਮਝਿਆ, ਪਰ ਸ਼ਾਇਦ ਨਫ਼ਰਤ ਨੂੰ ਸਹਿਣ ਦੇ ਬਦਲੇ ਮੈਨੂੰ ਰਵੀ ਵਰਗਾ ਸਾਥੀ ਮਿਲ ਗਿਆ। ਦੋਸਤੋ, ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ। ਧੰਨਵਾਦ।